ਮੈਡੀਕਲ ਨਸ਼ੇ ਲੈਣ ਲੱਗੇ ਨੇ ਨੌਜਵਾਨ। ਜਦੋਂ ਲੈਂਦੇ ਨੇ ਉਸ ਤੋਂ ਬਾਅਦ ਨਿਕਲਣਾ ਚਾਹੁੰਦੇ ਨੇ ਪਰ ਨਿਕਲ ਨਹੀਂ ਪਾਉਂਦੇ। ਇੱਥੋਂ ਤੱਕ ਮੈਂ ਵੀਰ ਦੀਆਂ ਇੰਟਰਵਿਊ ਕੀਤੀਆਂ ਜਿਹੜੇ ਕਹਿੰਦੇ ਜੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ ਮੈਂ ਆਪਣੀ ਭੈਣ ਵੀ ਵੇਚਣ ਨੂੰ ਤਿਆਰ ਸੀ, ਪਰ ਇਸ ਦਲਦਲ ਚੋਂ ਨਿਕਲਿਆ ਵੀ ਜਾ ਸਕਦਾ। ਦੋਸਤੋ ਬਾਈ ਜੀ, ਪਹਿਲਾਂ ਤਾਂ ਸਾਨੂੰ ਇਹੀ ਦੱਸੋ ਵੀ ਤੁਹਾਡਾ ਪਹਿਲਾ ਜੀਵਨ ਇਹੀ ਸੀ ਜਿਵੇਂ ਅਸੀਂ ਦੇਖ ਰਹੇ ਹਾਂ, ਤੇ ਜੇ ਨਹੀਂ ਸੀ ਤਾਂ ਕਿੰਨਾ ਸਮਾਂ ਗਲਤ ਸੀ? 25/1/2015 ਨੂੰ ਅੰਮ੍ਰਿਤ ਛਕਿਆ ਜੀ ਮੈਂ। ਉਦੋਂ ਪਹਿਲਾਂ ਬੜੀ ਨਰਕ ਭਰੀ ਜ਼ਿੰਦਗੀ ਸੀਗੀ। ਇਹਨਾਂ ਸਰਕਾਰਾਂ ਨੇ ਸਾਨੂੰ ਮਾਰਿਆ ਕਿਵੇਂ ਸਮਝ ਹੀ ਸਾਨੂੰ ਹੁਣ ਆਈ ਆ। ਗੁਰੂ ਸਾਹਿਬ ਨੇ ਹੀ ਸਮਝਾਇਆ ਸੀ ਸਾਰਾ ਕੁਝ ਹੀ। ਹਰ ਰੋਜ਼ ਘੱਟੋ ਘੱਟ ਬਾਹਲਾ ਨਹੀਂ ਤਾਂ 10-10 ਲੱਖ ਦੀ ਸੇਲ ਕਰਦੇ ਹੋਣਗੇ ਮੇਨ ਚੌਂਕ ਦੇ ਵਿੱਚ। ਸ਼ਹੀਦ ਭਗਤ ਸਿੰਘ ਮਾਰਕੀਟ ਆ ਜਿੱਥੇ, ਉੱਥੇ ਤੇ ਜਿਹੜੀ ਪੁਰਾਣੀ ਚੁੰਗੀ ਵੱਜਦੀ ਆ, ਤੇ ਰੇਲਵੇ ਸਟੇਸ਼ਨ ਕੋਲੇ ਅੰਦਰਲੇ ਪਾਸੇ ਸਿੰਘਾਪੁਰੀਆਂ ਦੀ ਦੁਕਾਨ ਵੱਜਦੀ ਸੀਗੀ। ਤੇ ਮੈਂ ਨਾ ਵੀ ਉਹਨਾਂ ਨੇ ਯਾਰ ਵੀ ਕੋਈ ਪੁਲਿਸ ਦੀ ਰੋਕ ਨਹੀਂ ਟੋਕ ਨਹੀਂ। ਜੇ ਤੁਸੀਂ ਉਹ ਸ਼ੀਸ਼ੀਆਂ ਜਾਂ ਕੈਪਸੂਲ ਲੈ ਕੇ ਬਾਹਰ ਫਿਰਦੇ ਆ, ਪੁਲਿਸ ਤੁਹਾਨੂੰ ਤਾਂ ਫੜ ਸਕਦੀ ਆ ਪਰ ਉਹਨਾਂ ਨੂੰ ਜਾ ਕੇ ਨਹੀਂ ਕਦੇ ਵੀ ਫੜਦੀ ਸੀ। ਪਿਛਲੇ ਜਦੋਂ ਅੰਮ੍ਰਿਤਧਾਰੀ ਹੋਣ ਤੋਂ ਪਹਿਲਾਂ ਤਾਂ ਨੈਟ ਸ਼ਰਾਬ ਦੀ ਬੋਤਲ ਸ਼ਾਮ ਨੂੰ ਪੀ ਕੇ ਪੈਂਦਾ ਸੀ। ਉਹ ਕਹਿੰਦਾ ਵੀ ਜੇ ਸੰਗਤ ਅੱਜ ਜਿੰਨੀ ਵੀ ਸੰਗਤ ਦਰਬਾਰ ਸਾਹਿਬ ਆਉਂਦੀ ਆ ਸਾਰੀ ਵੀ ਮੇਰੇ ਜੁੱਤੀਆਂ ਮਾਰ ਮਾਰ ਲੰਘੀ ਜਾਵੇ ਤੇ ਮੇਰੇ ਪਾਪ ਨਹੀਂ ਧੋਤੇ ਜਾਣੇ। ਮੈਂ ਗੁਰੂ ਦੇ ਸਨਮੁਖ ਨਹੀਂ ਹੋ ਸਕਦਾ ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਜਾਓਗੇ ਤਾਂ। ਅਸੀਂ ਨਾ ਜੀ ਪਹਿਲਾਂ ਉਸ ਦਿਨ ਵੀ ਨਸ਼ਾ ਖਾ ਲਿਆ ਜੀ ਹੈ ਨਾ, ਝੂਠ ਨਹੀਂ ਮਾਰਦੇਗੇ। ਤੇ ਉਹ ਵੀਰ ਨੇ ਇੱਕ ਨੇ ਮੈਨੂੰ ਸਪੈਸ਼ਲੀ ਆਖਿਆ, ਉਹ ਕਹਿੰਦੇ ਵੀ 5 ਪਿਆਰੇ ਸਾਹਿਬਾਨ ਤੈਨੂੰ ਪੁੱਛਣਗੇ ਵੀ ਤੁਸੀਂ 24 ਘੰਟਿਆਂ 'ਚ ਨਸ਼ਾ ਤਾਂ ਨਹੀਂ ਕੀਤਾਗਾ, ਤੇ ਵੀ ਜੇ ਤੁਸੀਂ ਦੱਸਤਾ ਫਿਰ ਠਾ ਦੇਣਗੇ। ਮੈਂ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ, ਮੈਂ ਕਿਹਾ ਮਾਲਕਾ ਜੇ ਮੁੜ ਗਏ ਨਾ, ਮਾਲਕਾ ਮੈਥੋਂ ਤਾਂ ਨਹੀਂ ਆਇਆ ਜਾਣਾ, ਮੈਂ ਤਾਂ ਬੜੇ ਨਰਕ 'ਚ ਆ ਤੇ ਮੇਰਾ ਤਾਂ ਝੂਠ ਵੀ ਕਬੂਲ ਕਰੀ। ਤੇ ਅਸੀਂ ਗੱਡੀ 'ਚ ਬੈਠੇ, ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਜਦੋਂ ਹੈਲੋ ਕੀਤੀ ਮੈਂ ਫਤਿਹ ਬੁਲਾਤੀ। ਬਹੁਤ ਖੁਸ਼ ਹੋਏ ਬਾਬਾ ਜੀ। ਉਹਨਾਂ ਨੇ ਫੋਨ ਉਹਨਾਂ ਨੇ ਮਸਾਂ ਹੀ ਕੱਟਿਆ, ਮੈਂ ਹੀ ਕੱਟਤਾ ਮੂਹਰੋਂ, ਗੱਲ ਤਾਂ ਹੋਈ ਨਹੀਂ ਉਹਨਾਂ ਤੋਂ। ਜਿਵੇਂ ਵਕਵਾ ਸੀ, ਇੱਕ ਦਿਨ ਪਹਿਲਾਂ ਤੁਸੀਂ ਨਸ਼ਾ ਕਰ ਲੈਂਦੇ ਹੋ, ਦੂਜੇ ਦਿਨ ਤੁਸੀਂ ਅੰਮ੍ਰਿਤਪਾਨ ਕਰਾਉਂਦੇ ਹੋ, ਪਰ ਇਹ ਤਾਂ ਤੋੜ ਲੱਗਦੀ ਕਹਿੰਦੇ ਆ ਜੀ ਵੀ ਤੋੜ ਲੱਗਦੀ। ਫਿਰ ਤੋੜ ਨਹੀਂ ਲੱਗੀ? ਪਹਿਲਾਂ ਲੱਗਦੀ ਹੁੰਦੀ ਸੀ ਤੁਹਾਡੇ ਤੋੜ? ਤੇ ਜਿਹੜੇ ਕੋਈ ਭੈਣ ਭਰਾ ਆਪਣੇ ਨਾਲ ਸੀਗੇ ਤੇ ਤਕਰੀਬਨ ਹੁਣ ਤਾਂ ਛੋਟੀ ਸਾਥ ਹੀ ਛੁੱਟ ਗਈ, ਪਰ ਮੈਂ ਫੇਰ ਵੀ ਜੇ ਕਿਤੇ ਉਹ ਮੈਨੂੰ ਵਿਆਹ ਸ਼ਾਦੀ ਜਾਂ ਕਿਤੇ ਵੀ ਸੱਦਦੇ ਅਸੀਂ ਤਾਂ ਵਿਚਾਲੇ ਹੀ ਬਹਿ ਜਾਂਦੇ ਆ ਜੀ, ਭਾਵੇਂ ਉਹ ਦਾਰੂ ਪੀ ਜਾਣ ਕੁਛ ਪੀ ਜਾਣ। ਪਰ ਮੈਂ ਉਹਨਾਂ ਦੋਸਤਾਂ ਨੂੰ ਇਸ ਕਰਕੇ ਨਹੀਂ ਛੱਡਣਾ ਚਾਹੁੰਦਾਗਾ ਵੀ ਉਹ ਦੋਸਤ ਵੀ ਸਾਡੇ ਵਰਗੇ ਹੀ ਆ, ਵੀ ਕਿਸੇ ਨਾ ਕਿਸੇ ਦਿਨ ਇਹ ਦਲਦਲ ਚੋਂ ਨਿਕਲਣਗੇ। ਕਿੰਨੇ ਕੁ ਦਾ ਚਿੱਟਾ ਵਗੈਰਾ ਪੀ ਗਏ ਹੋਣੇ ਤੁਸੀਂ ਜਾਂ ਨਸ਼ਾ ਕਰ ਗਏ ਹੋਣੇ? ਪੈਸਾ ਕਿੰਨਾ ਕੁ ਫੂਕਤਾ ਤੇ ਕਿੱਥੋਂ ਆਉਂਦਾ ਸੀ ਪੈਸਾ? ਉਹ ਜੇ ਚਿੱਟਾ ਵੀ ਪੀਤਾ ਫਿਰ ਸ਼ਾਮ ਨੂੰ ਦਾਰੂ ਵੀ ਪੀਣੀ ਆ, ਉਹ ਵੀ ਬਾਪੂ ਤੋਂ ਹੀ ਪੈਸੇ ਲੈ। 20 ਲੱਖ ਰੁਪਏ ਲਾ ਲਿੱਤਾ ਹੁਣ? ਹਾਂਜੀ, 10 ਸਾਲ ਤਾਂ ਮੈਂ 2005 ਦੇ ਮੋਗੇ ITI ਲੱਗਾ ਸੀਗਾ ਜੀ, ਤੇ 15 ਤਾਈਂ ਫੁੱਲ ਨਸ਼ਾ ਕੀਤਾ ਜੀ। ਅੱਜ ਤਾਈਂ ਮੈਨੂੰ ਦੱਸੋ ਵੀ ਜਿਹੜਾ ਨਸ਼ਾ ਛਡਾਊ ਕੇਂਦਰ ਚੋਂ ਠੀਕ ਹੋ ਕੇ ਆਇਆ ਹੋਵੇ। ਨਸ਼ਾ ਛਡਾਊ ਕੇਂਦਰ 'ਚ ਇੰਨੀ ਜੁੱਤੀ ਫੇਰਦੇ ਉਹ ਘਰਦਿਆਂ ਦੇ ਵੀ ਦੁਸ਼ਮਣ ਫੜਾ ਦਿੰਦੇ ਆ। ਉਹ ਬੰਦਾ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਚਿੱਟਾ ਪੀਣਾ, ਜਿਵੇਂ ਮਰਜ਼ੀ ਕਰਕੇ ਪੈਸੇ ਦੇ ਤੇ ਮੈਨੂੰ ਭਾਵੇਂ ਤੂੰ। ਅਗਲੀ ਵਾਰੀ ਉਹ ਬੰਦਾ ਨਾਲ ਲੈ ਕੇ ਆਈ ਤੇ ਪੈਸੇ ਦੇ ਕੇ ਗਈ ਵੀ ਮੈਂ ਇਹਨੂੰ ਵੇਚਿਆ ਆਪਦਾ, ਤੇ ਉਹਨੇ ਪੈਸੇ ਫੜ ਲਏ। ਨਸ਼ਾ ਇੱਕ ਅਜਿਹੀ ਦਲਦਲ ਹੈ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਇਨਸਾਨ ਇਹਦੇ ਵਿੱਚ ਫਸ ਜਾਵੇ ਤਾਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੈਡੀਕਲ ਨਸ਼ੇ ਲੈਣ ਲੱਗੇ ਨੇ ਨੌਜਵਾਨ। ਜਦੋਂ ਲੈਂਦੇ ਨੇ ਉਸ ਤੋਂ ਬਾਅਦ ਨਿਕਲਣਾ ਚਾਹੁੰਦੇ ਨੇ ਪਰ ਨਿਕਲ ਨਹੀਂ ਪਾਉਂਦੇ। ਚਿੱਟੇ ਦੀ ਗੱਲ ਹੋਵੇ ਜਾਂ ਹੋਰ ਟੀਕਿਆਂ ਦੀ ਗੱਲ ਹੋਵੇ, ਇੰਜੈਕਸ਼ਨ ਲਗਾਉਂਦੇ ਨੇ, ਉਹ ਕਹਿੰਦੇ ਨੇ ਤੋੜ ਲੱਗਦੀ ਆ ਬਾਈ ਸਾਡਾ। ਬਹੁਤ ਫੋਨ ਸਾਨੂੰ ਵੀ ਆ ਜਾਂਦੇ ਆ, ਬਾਈ ਛੱਡਣਾ ਚਾਹੁੰਦੇ ਆ ਪਰ ਨਹੀਂ ਛੱਡ ਹੋ ਪਾ ਰਿਹਾ, ਹੁਣ ਮੌਤ ਦੇ ਕਰੀਬ ਲੱਗ ਰਹੀ ਹੈ ਜ਼ਿੰਦਗੀ, ਔਰ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਹਦੇ ਵਿੱਚ ਨਾ ਫਿਰ ਨਸ਼ਾ ਕਰਨ ਵਾਲੇ ਨੂੰ ਆਪਣੀ ਭੈਣ ਦਾ ਚੇਤਾ ਰਹਿੰਦਾ, ਨਾ ਉਹਨੂੰ ਆਪਣੀ ਮਾਂ ਦਾ ਚੇਤਾ ਰਹਿੰਦਾ। ਇੱਥੋਂ ਤੱਕ ਮੈਂ ਵੀਰ ਦੀਆਂ ਇੰਟਰਵਿਊ ਕੀਤੀਆਂ ਜਿਹੜੇ ਕਹਿੰਦੇ ਜੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ ਮੈਂ ਆਪਣੀ ਭੈਣ ਵੀ ਵੇਚਣ ਨੂੰ ਤਿਆਰ ਸੀ, ਪਰ ਇਸ ਦਲਦਲ ਚੋਂ ਨਿਕਲਿਆ ਵੀ ਜਾ ਸਕਦਾ। ਦੋਸਤੋ ਅੱਜ ਮੈਂ ਇਹ ਇੰਟਰਵਿਊ ਉਹਨਾਂ ਭਰਾਵਾਂ ਲਈ ਹੈ ਜਿਹੜੇ ਫਸ ਚੁੱਕੇ ਨੇ ਜਾਂ ਜਿਹੜੇ ਬੁਰੀ ਸੰਗਤ 'ਚ ਪੈ ਸਕਦੇ ਨੇ, ਉਹਨਾਂ ਲਈ ਅੱਜ ਦੀ ਇੰਟਰਵਿਊ ਹੈ। ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਜੂਨਵਾਲਾ, ਜਿਨ੍ਹਾਂ ਨੂੰ ਬਹੁਤ ਬੇਬਾਕੀ ਦੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਤੇ, ਖਾਸ ਤੌਰ 'ਤੇ ਸਿੱਖੀ ਮਸਲਿਆਂ ਦੇ ਉੱਤੇ ਬੋਲਦੇ ਤੁਸੀਂ ਵੇਖਿਆ ਹੋਵੇਗਾ। ਸਰਕਾਰਾਂ ਨੂੰ ਲਲਕਾਰਦੇ ਨੇ ਤੇ ਇਸ ਤੋਂ ਪਹਿਲਾਂ ਇਹਨਾਂ ਦਾ ਇਹ ਸਰੂਪ ਨਹੀਂ ਸੀਗਾ, ਬਹੁਤ ਜ਼ਿਆਦਾ ਪੁਰਾਣੇ ਨਹੀਂ ਹੈ, ਇਸ ਸਰੂਪ ਦੇ ਵਿੱਚ ਨਵੇਂ ਹੀ ਨੇ।
ਇਸ ਤੋਂ ਪਹਿਲਾਂ ਦੀ ਜ਼ਿੰਦਗੀ ਕਿਵੇਂ ਦੀ ਸੀਗੀ ਉਹ ਅੱਜ ਗੱਲਬਾਤ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਵੀ ਤੁਹਾਡਾ ਪਹਿਲਾਂ ਜੀਵਨ ਇਹੀ ਸੀ ਜਿਵੇਂ ਅਸੀਂ ਦੇਖ ਰਹੇ ਹਾਂ, ਤੇ ਜੇ ਨਹੀਂ ਸੀ ਤਾਂ ਕਿੰਨਾ ਸਮਾਂ ਗਲਤ ਸੀ? ਵੀਰ ਜੀ ਬਚਪਨ ਤੋਂ ਹੀ ਕੇਸ ਤਾਂ ਕੱਟੇ ਸੀਗੇ ਤੇ ਮੈਂ ਜਿਹੜਾ ਅੰਮ੍ਰਿਤਧਾਰੀ ਹੋਏ ਆ ਜਦੋਂ ਦਾਤ ਮਿਲੀ ਆ ਗੁਰੂ ਦੀ, ਇਹ 2015 'ਚ ਮਿਲੀ ਆ। 25/1/2015 ਨੂੰ ਅੰਮ੍ਰਿਤ ਛਕਿਆ ਜੀ ਮੈਂ। ਉਦੋਂ ਪਹਿਲਾਂ ਬੜੀ ਨਰਕ ਭਰੀ ਜ਼ਿੰਦਗੀ ਸੀਗੀ। ਇਹਨਾਂ ਸਰਕਾਰਾਂ ਨੇ ਸਾਨੂੰ ਮਾਰਿਆ ਕਿਵੇਂ ਸਮਝ ਹੀ ਸਾਨੂੰ ਹੁਣ ਆਈ ਆ। ਗੁਰੂ ਸਾਹਿਬ ਨੇ ਹੀ ਸਮਝਾਇਆ ਸੀ ਸਾਰਾ ਕੁਝ ਜੀ। ਅਸੀਂ ਪੜ੍ਹਦੇ ਹੀ ਮੋਗੇ ਜੀ, ਉੱਥੇ ਮੇਨ ਨਸ਼ੇ ਇਉਂ ਵੇਚੇ ਜਾਂਦੇ ਸੀਗੇ ਵੀ ਗੜ੍ਹ ਸੀਗਾ, ਸ਼ੀਸ਼ੀਆਂ, ਕੈਰੀਆਂ, ਜਿੰਨੇ ਵੀ ਕੋਈ ਕੈਪਸੂਲ ਵਗੈਰਾ ਮੈਡੀਕਲ ਨਸ਼ਾ ਸੀ ਉਹ ਮੋਗਾ ਹੱਬ ਮੰਨਿਆ ਜਾਂਦਾ ਸੀ ਉਸ ਨਸ਼ੇ ਤੋਂ। ਯਾਨੀ ਕਿ ਵੀ ਉਹ ਬੰਦਾ ਹਰ ਰੋਜ਼ ਘੱਟੋ ਘੱਟ ਬਾਹਲਾ ਨਹੀਂ ਤਾਂ 10-10 ਲੱਖ ਦੀ ਸੇਲ ਕਰਦੇ ਹੋਣਗੇ ਮੇਨ ਚੌਂਕ ਦੇ ਵਿੱਚ। ਸ਼ਹੀਦ ਭਗਤ ਸਿੰਘ ਮਾਰਕੀਟ ਆ ਜਿੱਥੇ, ਉੱਥੇ ਤੇ ਜਿਹੜੀ ਪੁਰਾਣੀ ਚੁੰਗੀ ਵੱਜਦੀ ਆ, ਤੇ ਰੇਲਵੇ ਸਟੇਸ਼ਨ ਕੋਲੇ ਅੰਦਰਲੇ ਪਾਸੇ ਸਿੰਘਾਪੁਰੀਆਂ ਦੀ ਦੁਕਾਨ ਵੱਜਦੀ ਸੀਗੀ। ਤੇ ਮੈਂ ਨਾ ਵੀ ਉਹਨਾਂ ਨੇ ਯਾਰ ਵੀ ਕੋਈ ਪੁਲਿਸ ਦੀ ਰੋਕ ਨਹੀਂ ਟੋਕ ਨਹੀਂ। ਜੇ ਤੁਸੀਂ ਉਹ ਸ਼ੀਸ਼ੀਆਂ ਜਾਂ ਕੈਪਸੂਲ ਲੈ ਕੇ ਬਾਹਰ ਫਿਰਦੇ ਆ, ਪੁਲਿਸ ਤੁਹਾਨੂੰ ਤਾਂ ਫੜ ਸਕਦੀ ਆ ਪਰ ਉਹਨਾਂ ਨੂੰ ਜਾ ਕੇ ਨਹੀਂ ਕਦੇ ਵੀ ਫੜਦੀ ਸੀ। ਸਰਕਾਰਾਂ ਨੇ ਸਾਡੇ ਪਹਿਲਾਂ ਨਸ਼ੇ ਇਹ ਵਾੜੇ, ਫਿਰ ਉਦੋਂ ਬਾਅਦ ਸਾਡੇ ਕੋਲੇ ਚਿੱਟਾ ਆ ਗਿਆ। ਚਿੱਟਾ ਵੀ ਥੋੜ੍ਹਾ ਜਿਹਾ ਸਮਾਂ ਪੀਤਾ। ਜਿਸ ਦਿਨ ਘਰੋਂ ਤੁਰਦੇ ਆ ਉਸ ਦਿਨ ਵੀ ਚਿੱਟਾ ਪੀਤਾ ਹੋਇਆ ਸੀਗਾ, ਪਰ ਅੰਦਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਇਹੋ ਜਿਹੀ ਕਿਰਪਾ ਕੀਤੀ ਸੀਗੀ ਵੀ ਉਸ ਜ਼ਿੰਦਗੀ ਤੋਂ, ਨਰਕ ਭਰੀ ਤੋਂ ਇੰਨੇ ਦੁਖੀ ਸੀਗੇ ਵੀਰ ਵੀ ਹਰ ਰੋਜ਼ ਮੈਨੂੰ ਨਾ ਰਾਤ ਨੂੰ 2-2:30 ਵਜੇ ਜਾਗ ਆ ਜਾਂਦੀ ਸੀਗੀ। ਜਦੋਂ ਮੈਂ ਜਦੋਂ ਅੰਮ੍ਰਿਤਧਾਰੀ ਹੋਣ ਤੋਂ ਪਹਿਲਾਂ ਤਾਂ ਨੈਟ ਸ਼ਰਾਬ ਦੀ ਬੋਤਲ ਸ਼ਾਮ ਨੂੰ ਪੀ ਕੇ ਪੈਂਦਾ ਸੀ। ਹਾਂਜੀ, ਤੇ ਜਦੋਂ ਮੈਂ ਜੀ ਉੱਠ ਖੜਨਾ 2-2:30 ਵਜੇ, ਤੋਟ ਲੱਗਣੀ, ਮੈਂ ਨਾ ਜੀ ਗੁਰਬਾਣੀ ਲਾ ਲਿਆ ਕਰਨੀ। ਗੁਰਬਾਣੀ ਜਦੋਂ ਟੀਵੀ ਤੇ ਸਾਹਮਣੇ ਮੇਰੇ ਚੁਬਾਰੇ ਤੇ ਅਸੀਂ ਪੈਂਦੇ ਸੀਗੇ ਤੇ ਸਾਹਮਣੇ ਟੀਵੀ ਸੀਗਾ ਤੇ ਲੱਤਾਂ ਉਧਰ ਨੂੰ ਹੁੰਦੀਆਂ ਜੀ, ਤੇ ਜਦੋਂ ਘੁੰਮ ਕੇ ਸੈਰ ਟੀਵੀ ਵੱਲ ਹੋ ਜਾ ਕਰਨਾ ਜੀ ਤੇ ਲੱਤਾਂ ਦੂਜੇ ਪਾਸੇ। ਜਦੋਂ ਇਹ ਹੁਣ ਤਾਂ ਲਗਾਤਾਰ ਸਿਸਟਮ ਚੱਲਿਆ 4-5 ਦਿਨ ਲਗਾਤਾਰ ਜੀ ਇਹ ਚੱਲਿਆ, ਤੇ ਜਦੋਂ ਗੁਰਬਾਣੀ ਸੁਣਿਆ ਕਰਨੀ ਤੇ ਮੈਨੂੰ ਨਾ ਜੀ ਸਰੀਰ ਨੂੰ ਦੁੱਖ ਵੀ ਦੂਰ ਹੋ ਜਾ ਕਰਨੇ ਤੇ ਮੈਨੂੰ ਨੀਂਦ ਆ ਜਾ ਕਰਨੀ, ਸੌਖੀ ਆ ਜਾ ਕਰਨੀ। ਫਿਰ ਮੈਂ ਜਾਣੀ ਕਿ ਵੀ ਹਰ ਰੋਜ਼ ਤੜਫਦੇ ਤਾਂ ਸੀਗੇ ਵੀ ਯਾਰ ਮਾਲਕਾ ਵੀ ਜਾਂ ਤਾਂ ਸਾਨੂੰ ਮਾਰ ਦੇ ਵੀ ਜਾਨ ਨਿਕਲ ਜੇ, ਵੀ ਇਹ ਕਿਹੋ ਜਿਹੀ ਜ਼ਿੰਦਗੀ ਆ ਵੀ ਜਾਂ ਆਪਦੇ ਬਣਾ ਤੂੰ ਸਾਨੂੰ। ਤੇ ਮੇਰੇ ਨਾਲ ਫੋਟੋ ਲੱਗੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਤੇ 10ਵੇਂ ਪਾਤਸ਼ਾਹ ਦੀ, ਤੇ ਮੈਂ ਹਰ ਰੋਜ਼ ਹੱਥ ਜੋੜ ਕੇ ਅੰਮ੍ਰਿਤ ਵੇਲੇ ਵੀ ਬੋਲਿਆ ਕਰਨਾ। ਫਿਰ ਉਹ ਬਾਅਦ 'ਚ ਜਦੋਂ ਅੰਮ੍ਰਿਤਧਾਰੀ ਹੋਏ, ਸੰਥਿਆ ਕੀਤੀ, ਫਿਰ ਉਦੋਂ ਪਤਾ ਲੱਗਿਆ ਵੀ ਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਦੀ ਦਰ 'ਤੇ ਜਿਹੜੀ ਅੰਮ੍ਰਿਤ ਵੇਲੇ ਦੀ ਆ ਪੁਕਾਰ ਆ ਉਹ ਵਿਅਰਥ ਨਹੀਂ ਜਾਂਦੀ ਗੀ ਕਦੇ ਵੀ। ਸਤਿਗੁਰਾਂ ਨੇ ਸੁਣੀ। ਅਸੀਂ ਘਰੋਂ ਮੁੰਡਾ ਮੇਰੇ ਨਾਲ ਇੱਕ, ਉਹ ਕਹਿੰਦਾ ਮੈਂ ਵੀ ਛਕਣਾ। ਮੇਰੇ ਘਰ ਦੇ ਤਾਂ ਯਕੀਨ ਹੀ ਨਹੀਂ ਕਰਦੇ ਸੀਗੇ। ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਵੀ ਜੇ ਤੂੰ ਪੈਸੇ ਹੀ ਲੈ ਕੇ ਜਾਣੇ ਆ ਤੇ ਗੁਰੂ ਦੇ ਨਾਂ ਤੇ ਠੱਗੀ ਨਾ ਯਾਰ ਮਾਰ, ਤੂੰ ਪੈਸੇ ਲੈ ਜਾ ਭਾਵੇਂ। ਮੈਂ ਕਿਹਾ ਵੀ ਨਹੀਂ, ਠੱਗੀ ਨਹੀਂ ਗੀ, ਵੀ ਮੈਂ ਜਾਣਾ ਤੇ ਮੈਂ ਅੰਮ੍ਰਿਤ ਛਕਣਾ, ਵੀ ਮੈਨੂੰ ਗੁਰੂ ਨੇ ਵੀ ਮਿਹਰ ਕਰੇ ਵੀ ਮੈਂ ਅੰਮ੍ਰਿਤ ਛਕਣਾ ਹੀ ਛਕਣਾ। ਬਾਬਾ ਜੀ ਅਸੀਂ ਪੈਸੇ ਲਏ ਘਰੋਂ, ਤੇ ਉਦੋਂ ਥੋੜ੍ਹਾ ਜਿਹਾ ਮਨ 'ਚ ਸੀਗਾ, ਅਸੀਂ ਨਸ਼ਾ ਕੀਤਾ ਜੀ। ਅਸੀਂ ਚਿੱਟਾ ਲੈ ਲਿਆ, ਚਿੱਟਾ ਪੀਂਦੇ ਗਏ ਜੀ। ਅਸੀਂ ਅਗਲੇ ਉੱਥੇ ਜਦੋਂ ਪਹੁੰਚ ਗਏ ਤੇ ਅਸੀਂ ਨਾ ਜੀ ਪ੍ਰਕਰਮਾਂ 'ਚ ਤੁਰੇ ਜਾਂਦੇ ਆ, ਤੇ ਉੱਥੇ ਅਸੀਂ ਗੱਲਾਂ ਕਰਨ ਲੱਗ ਪਏ ਵੀ ਚੌਥਾ ਦਰਵਾਜ਼ਾ ਕਿੱਥੇ ਆ, ਵੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਣ ਕਰਕੇ ਵੀ ਉਹ ਸਾਈਡ ਤੇ ਬਣਾਇਆ ਹੋਇਆ ਸੀ, ਤੇ ਨੌਜਵਾਨ ਅਸੀਂ ਗੱਲਾਂ ਕਰਦੇ ਜਾਂਦੇ। ਫਿਰ ਉੱਥੇ ਸਿੰਘ ਮਿਲਦਾ ਸਾਨੂੰ ਜੀ, ਉਹ ਸਿੰਘ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਦਾ, ਫਿਰ ਉਹ ਦੱਸਦਾ ਵੀ 1984 ਤੋਂ ਪਹਿਲਾਂ ਮੇਰਾ ਵੀ ਅੰਮ੍ਰਿਤ ਛਕਿਆ ਹੋਇਆ ਸੀਗਾ, ਵੀ ਕਿਵੇਂ ਕਰਕੇ ਪੁਲਿਸ ਦੇ ਤਸ਼ੱਦਦ ਕਰਕੇ ਵੀ ਕਕਾਰ ਵਸਾਰਨੇ ਪੈ ਗਏ। ਉਹ ਕਹਿੰਦਾ ਵੀ ਜੇ ਸੰਗਤ ਅੱਜ ਜਿੰਨੀ ਵੀ ਸੰਗਤ ਦਰਬਾਰ ਸਾਹਿਬ ਆਉਂਦੀ ਆ, ਸਾਰੀ ਵੀ ਮੇਰੇ ਜੁੱਤੀਆਂ ਮਾਰ-ਮਾਰ ਲੰਘੀ ਜਾਵੇ ਤੇ ਮੇਰੇ ਪਾਪ ਨਹੀਂ ਧੋਤੇ ਜਾਣੇ। ਮੈਂ ਗੁਰੂ ਦੇ ਸਨਮੁਖ ਨਹੀਂ ਹੋ ਸਕਦਾ ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਜਾਓਗੇ। ਤਾਂ ਜੇ ਅੰਮ੍ਰਿਤਧਾਰੀ ਹੋ ਕੇ ਜੇ ਗੁਰੂ ਵਾਲੇ ਬਣਦੇ ਆ ਤੇ ਗੁਰੂ ਤੋਂ ਬੇਮੁਖ ਹੋਣਾ ਸਭ ਤੋਂ ਵੱਡੀ ਸਜ਼ਾ ਹੋਊਗੀ। ਉਹਨਾਂ ਨੇ ਬਹੁਤ ਸਾਰਾ ਸਮਝਾ ਕੇ ਸਾਨੂੰ ਚਲੋ ਚਲੇ ਗਏ। ਅਗਲੇ ਦਿਨ ਸ਼ਨੀਵਾਰ ਸੀਗਾ, ਉਹ ਕਹਿੰਦਾ ਵੀ ਇੱਕ ਦਿਨ ਹਜੇ ਹੋਰ ਮਿਲਿਆ ਹੈ ਨਾ ਜੀ, ਤੇ ਅਸੀਂ ਬੈਠੇ ਉਦਣ ਵੀ, ਤੇ ਉਸ ਤੋਂ ਅਗਲੇ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਇਆ। ਤੇ ਜਿਹੜਾ ਕੋਈ ਕੋਡ ਸੀਗਾ, ਜਿਵੇਂ ਅਸੀਂ ਨਾ ਜੀ ਪਹਿਲਾਂ ਉਸ ਦਿਨ ਵੀ ਨਸ਼ਾ ਖਾ ਲਿਆ ਜੀ ਹੈ ਨਾ, ਝੂਠ ਨਹੀਂ ਮਾਰਦੇਗੇ। ਤੇ ਉਹ ਵੀਰ ਨੇ ਇੱਕ ਨੇ ਮੈਨੂੰ ਸਪੈਸ਼ਲੀ ਆਖਿਆ, ਉਹ ਕਹਿੰਦੇ ਵੀ 5 ਪਿਆਰੇ ਸਾਹਿਬਾਨ ਤੈਨੂੰ ਪੁੱਛਣਗੇ ਵੀ ਤੁਸੀਂ 24 ਘੰਟਿਆਂ 'ਚ ਨਸ਼ਾ ਤਾਂ ਨਹੀਂ ਕੀਤਾਗਾ, ਤੇ ਵੀ ਜੇ ਤੁਸੀਂ ਦੱਸਤਾ ਫਿਰ ਠਾ ਦੇਣਗੇ। ਮੈਂ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ, ਮੈਂ ਕਿਹਾ ਮਾਲਕਾ ਜੇ ਮੁੜ ਗਏ ਨਾ, ਮਾਲਕਾ ਮੈਥੋਂ ਤਾਂ ਨਹੀਂ ਆਇਆ ਜਾਣਾ, ਮੈਂ ਤਾਂ ਬੜੇ ਨਰਕ 'ਚ ਹਾਂ, ਤੇ ਮੇਰਾ ਤਾਂ ਇਹ ਝੂਠ ਵੀ ਕਬੂਲ ਕਰੀ ਹੈ ਨਾ ਜੀ। 5 ਪਿਆਰਾਂ ਸਾਹਿਬਾਨਾਂ ਨੇ, ਇੱਕ ਬੀਬੀ ਸੀਗੀ ਉਹਨੇ ਕੇਸੀ ਇਸ਼ਨਾਨ ਨਹੀਂ ਕੀਤਾ ਸੀ ਬਾਬਾ ਜੀ, ਉਹਨੇ ਸੰਗਤ 'ਚੋਂ ਵੀ ਠਾਤੀ ਸੰਗਤ 'ਚੋਂ, ਕਿਉਂਕਿ ਉਹਨਾਂ ਦੇ ਮੂਹਰੇ ਹੁਣ 5 ਹਾਜ਼ਰ ਨਾਜ਼ਰ ਸਤਿਗੁਰਾਂ ਮੂਹਰੇ ਤਾਂ ਝੂਠ ਨਹੀਂ ਅਸੀਂ ਮਾਰ ਸਕਦੇ। ਚਲੋ ਅਸੀਂ ਆਪਦੀ ਦਿਲ 'ਚ ਅਰਦਾਸ ਬੇਨਤੀ ਮਹਾਰਾਜ ਮੂਹਰੇ ਕੀਤੀ ਵੀ ਮਾਲਕਾ ਵੀ ਸਾਨੂੰ ਸਫਲ ਰੱਖੀ, ਵੀ ਹੈ ਜੇ ਝੂਠ ਆ ਤਾਂ ਜਿਵੇਂ ਵੀ ਰੱਖ ਲਈ, ਤੂੰ ਮਾਲਕਾ ਰੱਖਣ ਵਾਲਾ। ਚਲੋ ਸਾਨੂੰ ਅੰਮ੍ਰਿਤ ਦੀ ਦਾਤ ਮਿਲੀ। ਉਸ ਦਿਨ ਤੋਂ ਜਦੋਂ ਮੈਂ ਨਾ ਜੀ ਮੇਰੇ ਫਾਦਰ ਸਾਹਿਬ ਨਾਲ ਜੀ
ਸੌਂਦੇ ਹੀ ਨਹੀਂ ਹੁੰਦੇ ਸੀਗੇ ਜਿੰਨਾ ਚਿਰ ਮੈਂ ਘਰੇ ਨਹੀਂ ਵੜਦਾ ਸੀ। ਤੇ ਉਸ ਦਿਨ ਤਾਂ ਉਹਨਾਂ ਨੂੰ ਪਤਾ ਸੀ ਵੀ ਬੱਚਾ ਨਸ਼ੇ ਕਰਦਾ ਸਾਡੇ? ਜੀ ਉਹਨਾਂ ਨੇ, ਮੇਰੇ ਫਾਦਰ ਸਾਹਿਬ ਬਿਜਲੀ ਬੋਰਡ 'ਚ ਜੇਈ ਸੀ। ਉਹਨਾਂ ਨੇ ਮੈਨੂੰ ਇੱਕ ਗੱਲ ਕਹਿਣੀ, ਉਹ ਕਹਿਣਾ ਵੀ ਚੱਲ ਯਾਰ ਤੂੰ ਸ਼ਰਾਬ ਵੀ ਪੀ ਲੇਗਾ ਜਾਂ ਕੁਛ ਕਰ ਲੇਗਾ, ਤੇ ਪਰ ਸਭ ਤੋਂ ਵੱਧ ਸਿੱਖਾਂ ਵਾਸਤੇ ਤੰਬਾਕੂ ਮਾੜਾ। ਸਭ ਤੋਂ ਵੱਧ ਉਹਨਾਂ ਨੇ ਮੈਨੂੰ ਤੰਬਾਕੂ ਕਰਕੇ ਚੈਲੰਜ ਕਰਨਾ। ਤੇ ਉਸ ਚੀਜ਼ ਦਾ ਵੀ ਅੱਜ ਮੈਨੂੰ ਚਿੱਟਿਆਂ ਨਾਲੋਂ ਵੀ, ਜੇ ਹੋਰ ਕਿਸੇ ਚੀਜ਼ ਨਾਲੋਂ ਆਪਣੇ ਅੰਦਰ ਕੋਈ ਚੀਜ਼ ਮਾੜੀ ਹੈਗੀ ਆ ਤਾਂ ਉਹ ਤੰਬਾਕੂ ਆ ਜੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦੀ ਜੜ ਆ। ਠੀਕ ਹੈ। ਉਸ ਤੋਂ ਬਾਅਦ ਮੈਂ ਨਾ ਜੀ ਉਹਨਾਂ ਨਾਲ ਗੱਲਬਾਤ ਕਰਕੇ, ਤੇ ਉਹਨਾਂ ਨੇ, ਮੈਂ ਉਹਦੇ 'ਚ ਆ ਗਿਆ ਜਿੱਥੇ ਆਪਣੀ ਪਾਰਕਿੰਗ ਆ ਦਰਬਾਰ ਸਾਹਿਬ ਦੀ, ਤੇ ਅਸੀਂ ਗੱਡੀ 'ਚ ਬੈਠੇ, ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਜਦੋਂ ਹੈਲੋ ਕੀਤੀ, ਮੈਂ ਫਤਿਹ ਬੁਲਾਤੀ। ਬਹੁਤ ਖੁਸ਼ ਹੋਏ ਬਾਬਾ ਜੀ। ਉਹਨਾਂ ਨੇ ਫੋਨ ਉਹਨਾਂ ਨੇ ਮਸਾਂ ਹੀ ਕੱਟਿਆ, ਮੈਂ ਹੀ ਕੱਟਤਾ ਮੂਹਰੋਂ, ਗੱਲ ਤਾਂ ਹੋਈ ਨਹੀਂ ਉਹਨਾਂ ਤੋਂ। ਤੇ ਮੈਂ ਸਿੱਧਾ ਜਦੋਂ ਮੋਨਾ ਸੀਗਾ ਜੀ, ਮੇਰੇ ਕੇਸ ਵੀ ਕੱਟੇ ਹੋਏ ਸੀ, ਦਾੜਾ ਵੀ ਕੱਟਿਆ ਹੋਇਆ ਸੀਗਾ, ਨੋਰਮਲ ਜੇ ਰੱਖੇ ਹੋਏ ਸੀ। ਉਸ ਦਿਨ ਨਾ ਉੱਥੇ ਨੌਜਵਾਨ ਮੁੰਡਾ ਖੜਾ, ਤੇ ਅਸੀਂ ਉਹਨੂੰ ਆਖਿਆ ਬਾਈ ਯਾਰ ਮੈਨੂੰ ਦਮਾਲੇ ਦਾ ਸ਼ੌਂਕ ਆ ਤੇ ਮੈਨੂੰ ਦਮਾਲਾ ਸਜਾ ਦੇ। ਤੇ ਉਹਨੇ ਵੀਰ ਨੇ ਸੋਹਣਾ ਦਮਾਲਾ ਸਜਾਤਾ ਸੀ ਸਾਡੇ। ਜਦੋਂ ਦਮਾਲਾ ਸਜ ਗਿਆ, ਉਸ ਦਿਨ ਤੋਂ ਲੈ ਕੇ ਅੱਜ ਤਾਈਂ ਦਮਾਲਾ ਹੀ ਸਜਾਉਣੇ ਆ। ਕਿਤੇ ਕੋਈ ਪੁਲਿਸ ਤੋਂ ਭਗੌੜੇ ਹੋਏ ਤਾਂ ਪੱਗ ਬੰਨਣੀ ਪੈ ਗਈ ਹੋਏ ਤਾਂ ਕੀ ਕਹਿਣਾ, ਤੇ ਨਹੀਂ ਬੰਨੀ ਜੀ, ਤੇ ਦਮਾਲੇ ਦੇ ਵਿੱਚ ਹੀ ਰਹੀਦਾ ਹਨਾ। ਤੇ ਉਸ ਤੋਂ ਬਾਅਦ ਜਦੋਂ ਘਰੇ ਆ ਗਏ, ਤੇ ਘਰ ਦੇ ਵੀ ਸ਼ੱਕ 'ਚ ਹੀ ਸੀਗੇ ਜੀ ਹਜੇ, ਵੀ ਇਹ ਨਾ ਹੋਵੇ ਵੀ ਕਕਾਰ ਹੀ ਲੈ ਕੇ ਪਾਇਆ ਹੋਵੇ ਵੀ ਇਕੱਲਾ ਹਨਾ, ਵੀ ਇਹਦਾ ਕੀ ਪਤਾ, ਵੀ ਸਵੇਰੇ ਵੇਖਾਂਗੇ ਵੀ ਉੱਠਦਾ ਕਿ ਨਹੀਂ। ਤੇ ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠੇ ਹੀ, ਦਰਸ਼ਨ ਮੇਲੇ ਕੀਤੇ ਗੁਰੂ ਘਰ। ਤੇ ਫਿਰ ਸਾਡੇ ਸਿੰਘ ਆਇਆ ਹੋਇਆ ਸੀ ਟਕਸਾਲ ਦਾ ਜੀ, ਤੇ ਜਿਹਦੇ ਕਰਕੇ ਵੀ ਸਾਡੀ ਲਗਾਤਾਰ ਚੱਲਦੀ ਗਈ। ਤੇ ਉਹ ਸਿੰਘ ਨੇ ਸਾਨੂੰ ਸਭ ਤੋਂ ਪਹਿਲਾਂ ਮਹਾਰਨੀ, ਫਿਰ ਸੰਥਿਆ ਨਿਤਨੇਮ ਦੀ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕੀਤੀ। ਉਹਦੇ ਵਿੱਚ ਹੀ ਅਸੀਂ ਜਦੋਂ ਇੱਥੋਂ ਸਰੂਪ ਚੋਰੀ ਹੋ ਗਈ, ਸੰਘਰਸ਼ਾਂ ਦੇ ਵਿੱਚ ਰਹੇ, ਬਾਪੂ ਸੂਰਤ ਸਿੰਘ ਦੇ ਵੀ ਡਾਂਗਾਂ ਖਾਧੀਆਂ, ਕੋਟਕਪੂਰੇ ਵੀ ਡਾਂਗਾਂ ਖਾਧੀਆਂ। ਉਹ ਪਿਛਲੇ 7 ਸਾਲਾਂ ਤੋਂ ਵੀ ਇਹੀ ਚੱਲਦਾ ਆਇਆ ਜੀ। ਤੇ ਬਾਕੀ ਉਦੋਂ ਬਾਅਦ ਨਸ਼ੇ ਤੋਂ, ਜਾਣੀ ਕਿ ਵੀ ਉਸ ਦਾਤ ਨੇ ਐਵੇਂ ਕਰਤਾ ਜੀ ਜਿਵੇਂ ਵੀ ਆਪਾਂ ਚੀਜ਼ ਨੂੰ ਕਿਸੇ ਨੂੰ ਵੱਖ ਕਰ ਦਿੰਦੇ ਆ। ਉਹ ਜਿਵੇਂ ਵਕਵਾ ਸੀ, ਇੱਕ ਦਿਨ ਪਹਿਲਾਂ ਤੁਸੀਂ ਨਸ਼ਾ ਕਰ ਲੈਂਦੇ ਹੋ, ਦੂਜੇ ਦਿਨ ਤੁਸੀਂ ਅੰਮ੍ਰਿਤਪਾਨ ਕਰਾਉਂਦੇ ਹੋ, ਪਰ ਇਹ ਤਾਂ ਤੋੜ ਲੱਗਦੀ ਕਹਿੰਦੇ ਆ ਜੀ, ਵੀ ਤੋੜ ਲੱਗਦੀ। ਫਿਰ ਤੋੜ ਨਹੀਂ ਲੱਗੀ? ਪਹਿਲਾਂ ਲੱਗਦੀ ਹੁੰਦੀ ਸੀ ਤੁਹਾਡੇ ਤੋੜ? ਪਹਿਲਾਂ ਬਹੁਤ ਤੋੜ ਲੱਗਦੀ ਸੀ, ਜਿਹੜੀ ਤੁਹਾਨੂੰ ਮੈਂ ਰਾਤ ਨੂੰ ਵੀ ਦੱਸੀ ਜਾਂਦਾ ਜੀ, ਬਹੁਤ ਮਹਿਸੂਸ ਹੁੰਦਾ ਸੀਗਾ। ਪਰ ਗੁਰੂ ਦਾ ਪ੍ਰਤਾਪ ਹੀ ਕਿਵੇਂ, ਜਿਵੇਂ ਆਪਾਂ ਕਹਿ ਦਿੰਦੇ ਸ਼ਹੀਦੀ ਪਹਿਰੇ ਜਾਂ ਵਰਤਾਰੇ ਵਰਤਦੇ ਆ, ਉਹਨਾਂ ਚੀਜ਼ਾਂ ਦਾ ਆਭਾਸ ਬਾਅਦ ਚੋਂ ਹੋਣ ਲੱਗੇ ਜੀ। ਫਿਰ ਉਹ ਗੁਰੂ ਦਾ ਜਿਹੜਾ ਅਹਿਸਾਸ ਸੀਗਾ, ਕੋਈ ਸਾਨੂੰ ਤੋੜ ਨਹੀਂ ਲੱਗੀ ਜੀ। ਕੋਈ ਆਪਾਂ ਕਹਿ ਦਿੰਦੇ ਆ ਵੀ ਹੱਡ ਟੁੱਟਦੇ ਆ ਜਾਂ ਲੂਜ਼ ਮੋਸ਼ਨ ਹੁੰਦੇ ਆ, ਜ਼ੁਕਾਮ ਲੱਗਦੇ ਆ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜੀ, ਕਿਸੇ ਵੀ ਤਰ੍ਹਾਂ ਦੀ। ਜਾਣੀ ਕਿ ਵੀ ਉਦੋਂ ਬਾਅਦ ਤਾਂ ਮਨ ਦੇ ਵਿੱਚ ਇਹੀ ਹੋ ਗਿਆ ਸੀਗਾ ਵੀ ਅੰਮ੍ਰਿਤ ਵੇਲੇ ਉੱਠੋ, ਗੁਰਬਾਣੀ ਪੜ੍ਹੋ ਤੇ ਗੁਰੂ ਨਾਲ ਜੁੜਦੇ ਜਾਓ। ਤੇ ਗੁਰੂ ਸਾਹਿਬ ਜਿਵੇਂ ਆਪਾਂ ਨੂੰ ਬਾਂਹ ਫੜ ਕੇ ਲਈ ਆਏ ਆ, ਇਹੋ ਜਿਹਾ ਕੁਛ ਵੀ ਮਹਿਸੂਸ ਨਹੀਂ ਹੋਇਆ। ਤੇ ਮੇਰੇ ਨਾਲ ਘੱਟੋ ਘੱਟ ਬਾਹਲੇ ਨਹੀਂ ਤਾਂ ਅਸੀਂ, ਜਿਵੇਂ ਉਦਣ ਅਕਾਲ ਤਖਤ ਸਾਹਿਬ ਬੈਠੇ ਸੀਗੇ, ਤੇ ਅਸੀਂ ਇੱਕੋ ਪਾਸੇ ਬੀਬੀਆਂ ਬੈਠੀਆਂ ਜੀ, ਇੱਕੋ ਪਾਸੇ ਬੰਦੇ ਬੈਠੇ ਜੀ। ਉਦੋਂ ਥੋੜ੍ਹੇ ਦਿਨ ਬਾਅਦ ਅਸੀਂ 5-6 ਨੌਜਵਾਨ ਮੁੰਡੇ ਮੇਰੇ ਨਾਲ ਫੇਰ ਗਏ ਵੀ ਆਪਾਂ, ਸਾਨੂੰ ਬਈ ਯਾਰ ਅੰਮ੍ਰਿਤ ਛਕਾ ਲਿਆ, ਅਸੀਂ ਵੀ ਗੁਰੂ ਵਾਲੇ ਬਣਨਾ। ਅਸੀਂ ਗਏ, ਉਦਣ ਬੀਬੀਆਂ ਨੂੰ ਅਲੱਗ ਪਾਇਆ ਗਿਆ ਸੀਗਾ, ਕਿਉਂਕਿ ਸੰਗਤ ਦੀ ਤਾਦਾਦ ਬਹੁਤ ਵੱਧਦੀ ਜਾਂਦੀ ਆ। ਅੱਜ ਵੀ ਉਦੋਂ ਕਈ ਗੁਣਾ ਸਿੱਖ ਸੰਗਤ ਅੰਮ੍ਰਿਤ ਛਕ ਰਹੀ ਆ। ਪਰ ਗੱਲ ਕੀ ਆ ਵੀ ਜਿਹੜਾ ਉਹਨਾਂ ਦੀ ਸੰਗਤ ਨਹੀਂ ਪੂਰੀ ਵਧੀਆ ਬਣਦੀ, ਜਾਂ ਉਹ ਪੁਰਾਣੇ ਸਿਸਟਮ ਦੇ ਵਿੱਚ ਹੀ ਜਦੋਂ ਜਾ ਕੇ ਬਹਿੰਦੇ ਆ, ਤੇ ਫਿਰ ਸਾਨੂੰ ਉਹਦੀ ਹਾਨੀ ਹੁੰਦੀ ਆ ਜੀ। ਇਹਦੇ ਵਿੱਚ ਜਿਵੇਂ ਜਿਹੜੇ ਤੁਹਾਡੇ ਦੋਸਤ ਵਗੈਰਾ ਸੀਗੇ ਜੀ, ਮਿੱਤਰ, ਤਾਂ ਉਹ ਹਜੇ ਵੀ ਜਿਹੜੇ ਚਿੱਟਾ ਲੈਂਦੇ ਨੇ ਉਹ ਹੈ ਨੇ? ਹਾਂਜੀ, ਜਿਹੜੇ ਤਕਰੀਬਨ ਕੋਈ ਬੀੜੀਆਂ ਸਾਈਟਾਂ ਵੀ ਪੀਂਦੇ ਹੋਣਗੇ ਜੀ, ਜਿਹੜੇ ਪੀਂਦੇ ਆ ਉਹਨਾਂ ਨੂੰ ਮੈਂ, ਜੇ ਬਾਕੀ ਨਸ਼ੇ ਤੋਂ ਨਹੀਂ ਨਾ ਰੋਕਦਾ, ਉਹਨਾਂ ਨੂੰ ਮੈਂ ਤੰਬਾਕੂ ਤੋਂ ਜ਼ਰੂਰ ਕਹਿਣਾ ਹੁੰਦਾ ਜੀ। ਜਿਹੜੇ ਕੋਈ ਭੈਣ ਭਰਾ ਆਪਣੇ ਨਾਲ ਸੀਗੇ, ਤੇ ਤਕਰੀਬਨ ਹੁਣ ਤਾਂ ਛੋਟੀ ਸਾਥ ਹੀ ਛੁੱਟ ਗਈ। ਪਰ ਮੈਂ ਫੇਰ ਵੀ, ਜੇ ਕਿਤੇ ਉਹ ਮੈਨੂੰ ਵਿਆਹ ਸ਼ਾਦੀ ਜਾਂ ਕਿਤੇ ਵੀ ਸੱਦਦੇ, ਅਸੀਂ ਤਾਂ ਵਿਚਾਲੇ ਹੀ ਬਹਿ ਜਾਂਦੇ ਆ ਜੀ, ਭਾਵੇਂ ਉਹ ਦਾਰੂ ਪੀ ਜਾਣ, ਕੁਛ ਪੀ ਜਾਣ। ਪਰ ਮੈਂ ਉਹਨਾਂ ਦੋਸਤਾਂ ਨੂੰ ਇਸ ਕਰਕੇ ਨਹੀਂ ਛੱਡਣਾ ਚਾਹੁੰਦਾਗਾ ਵੀ ਉਹ ਦੋਸਤ ਵੀ ਸਾਡੇ ਵਰਗੇ ਹੀ ਆ, ਵੀ ਕਿਸੇ ਨਾ ਕਿਸੇ ਦਿਨ ਇਹ ਦਲਦਲ ਚੋਂ ਨਿਕਲਣਗੇ। ਅੱਜ ਵੀ ਲੱਖਾਂ ਨੌਜਵਾਨ ਮੋਨੇ ਮੁੰਡੇ ਵੀ ਆਪਣੇ ਕੋਲੇ ਸਿੱਖ ਸੰਗਤ 'ਚ ਜੁੜਦੇ ਆ, ਜਾਂ ਹੋਰ ਵੀ ਜੁੜਦੇ ਆ। ਮੈਂ ਉਹਨਾਂ ਸਾਰਿਆਂ ਨੂੰ ਕਹਿੰਦਾ, ਜੇ RSS ਸਾਡੀਆਂ ਦਾੜੀਆਂ ਢਿੱਡਾਂ 'ਚ ਪਰਖ ਸਕਦੀ ਆ, ਤੇ ਫਿਰ ਸਾਨੂੰ ਇਹ ਅਹਿਸਾਸ ਕਿਉਂ ਨਹੀਂ, ਅਸੀਂ ਆਪਦੇ ਨੌਜਵਾਨਾਂ ਦੀਆਂ ਬਾਹਾਂ ਫੜ ਕੇ ਕਿਉਂ ਨਹੀਂ ਕਹਿ ਸਕਦੇ ਵੀ ਪੁੱਤ ਤੁਹਾਡੀ ਆਉਣ ਵਾਲੇ, ਜੇ ਗੁਰੂ ਸਾਹਿਬ ਬਾਹਾਂ ਫੜਨਗੇ ਤੇ ਗੁਰੂ ਸਾਹਿਬ ਤੇ ਅਸੀਂ ਵਿਸ਼ਵਾਸ ਰੱਖਾਂਗੇ, ਸਾਡੀ ਜਿੱਤ ਯਕੀਨਨ ਹੋਊਗੀ, ਤੇ ਸਾਨੂੰ ਇਹਨਾਂ ਨਸ਼ਿਆਂ ਤੋਂ ਵੀ ਬਚਾਊਗੀ। ਪਿੰਡ ਦੇ ਵਿੱਚ ਵੀ ਬਹੁਤ ਉਪਰਾਲੇ ਕੀਤੇ ਆ ਜੀ ਨਸ਼ੇ ਦੇ ਵਿਰੁੱਧ। ਜੇ ਵੇਚਦੇ ਸੀਗੇ ਜਾਂ ਜਿਹੜੇ ਪੀਂਦੇ ਸੀ, ਦਵਾਈਆਂ ਦਵਾਉਣ ਦੀ ਵੀ ਕੋਸ਼ਿਸ਼ ਕੀਤੀ ਆ, ਗੁਰਬਾਣੀ ਤੇ ਵੀ ਲਾਇਆ, ਸੰਥਿਆ ਵੀ ਕੀਤੀ ਆ। ਪਰ ਇਹ ਨਸ਼ੇ ਦੀ ਜਕੜ ਹੀ ਇਹੋ ਜਿਹੀ ਹੈ ਜੀ, ਇੱਥੋਂ ਸਿਰਫ ਤੇ ਸਿਰਫ ਗੁਰੂ ਸਾਹਿਬ ਹੀ ਜੇ ਬਾਂਹ ਫੜ ਕੇ ਕੱਢ ਲੈਣ ਤਾਂ ਕੱਢ ਲੈਣ, ਬੰਦੇ ਦਾ ਅਹਿਸਾਸ ਨਹੀਂ ਗਾ ਜੀ ਕੋਈ। ਕਿੰਨੇ ਕੁ ਦਾ ਚਿੱਟਾ ਵਗੈਰਾ ਪੀ ਗਏ ਹੋਣੇ ਤੁਸੀਂ ਜਾਂ ਨਸ਼ਾ ਕਰ ਗਏ ਹੋਣੇ? ਪੈਸਾ ਕਿੰਨਾ ਕੁ ਫੂਕਤਾ ਤੇ ਕਿੱਥੋਂ ਆਉਂਦਾ ਸੀ ਪੈਸਾ? ਉਹ ਪੈਸਾ ਤਾਂ ਜੀ ਤਕਰੀਬਨ ਘਰੋਂ ਹੀ ਲਿਆ ਮੈਂ, ਜਾਣੀ ਕਿ ਵੀ ਜੇ ਜਾਂ ਤਾਂ ਚੋਰੀ ਚਾਰੀ ਕਰ ਲਈ ਜੀ, ਜਿਵੇਂ ਘਰੇ ਕੋਈ ਗੁੱਟੀਆਂ ਪਈਆਂ ਗਾ, ਉਹਨਾਂ ਜੀ ਪਹਿਲਾਂ ਤਾਂ ਗੁੱਟੀਆਂ ਤੇ ਉਹ ਲੱਗੀਆਂ ਹੁੰਦੀਆਂ ਸੀਗੀਆਂ
ਪੈਂਚ ਜੇ ਲੱਗੇ ਹੁੰਦੇ ਸੀਗੇ ਤੇ ਉਹ ਘੱਟ ਨਿਕਲਦੇ ਸੀਗੇ ਤੇ ਉਹ ਬਾਅਦ 'ਚੋਂ ਲੱਗਣੋਂ ਹੀ ਹਟ ਗਏ ਤੇ ਅਸੀਂ ਜਿੰਨੇ ਚਿੱਤ ਚਾਉਣੇ ਤੇ 500 ਦੇ ਨੋਟ ਆ ਜਿੰਨੇ ਆ ਗਏ ਤੇ ਕੱਢ ਲਏ ਜੀ। ਤੇ ਐਂ ਬਹੁਤ ਜਿਹੜਾ ਚਿੱਟਾ ਸੀਗਾ ਅਸੀਂ ਤਕਰੀਬਨ ਜੇ ਆਪ ਤਾਂ ਸਟਾਰਟ ਕਰਨਾ ਕਿਤੇ ਦਿਨ ਦਾ 5000 ਦਾ ਵੀ ਹੋ ਜਾਣਾ, 10 ਦਾ ਵੀ ਹੋ ਜਾਣਾ, ਜਿੰਨਾ ਕੋਈ ਲੱਗ ਸੋ ਲੱਗ ਜਾਣੀ ਕਿ ਵੀ ਪੀ ਲੈਣਾ। ਜੇ ਚਿੱਟਾ ਵੀ ਪੀਤਾ ਫਿਰ ਸ਼ਾਮ ਨੂੰ ਦਾਰੂ ਵੀ ਪੀਣੀ ਆ, ਉਹ ਵੀ ਬਾਪੂ ਤੋਂ ਹੀ ਪੈਸੇ ਲੈ। 20 ਲੱਖ ਰੁਪਏ ਲਾ ਲਿੱਤਾ ਹੁਣ। ਹਾਂਜੀ 10 ਸਾਲ ਤਾਂ ਮੈਂ 2005 ਦੇ ਮੋਗੇ ITI ਲੱਗਾ ਸੀਗਾ ਜੀ ਤੇ 15 ਤਾਂ ਹੀ ਫੁੱਲ ਨਸ਼ਾ ਕੀਤਾ ਜੀ। ਹਾਂਜੀ ਜਾਣੀ ਕਿ ਵੀ ਇਸ ਦਿਨਾਂ ਦੇ ਵਿੱਚ ਇੱਕ ਵੀ ਨਾਗਾ ਨਹੀਂ ਹੋਊਗਾ। ਕੋਈ ਜ਼ਿਆਦਾ ਓਵਰਡੋਜ਼ ਨਾਲ ਤਾਂ ਹੋ ਗਿਆ ਹੋਊਗਾ ਵੀ ਵੱਧ ਸਿਆਪਾ ਪਿਆ ਹੋਵੇ ਤੇ ਪਰ ਘੱਟ ਨਹੀਂ ਕਦੇ ਵੀ ਹੋਏਗੀ। ਤੇ ਸੱਚੇ ਪਾਤਸ਼ਾਹ ਨੇ ਉਹ 2015 ਤੋਂ ਹੀ ਇਹੋ ਜਿਹੇ ਦਿਨ ਬਦਲਣੇ ਸ਼ੁਰੂ ਹੋਏ ਆ। ਜਾਣੀ ਕਿ ਵੀ ਅਹਿਸਾਸ ਹੀ ਇਦਾਂ ਦਾ ਮਨ 'ਚ ਆਉਣ ਲੱਗ ਪਿਆ ਸੀਗਾ ਵੀ ਮਹਾਰਾਜ ਸਾਡੀ ਜ਼ਿੰਦਗੀ ਬਿਲਕੁਲ ਹੀ ਨਰਕ ਆ, ਨਰਕ ਭਰੀ ਆ ਤੇ ਮਾਰ ਕੇ ਸਾਨੂੰ ਕੋਈ ਨਾ ਕੋਈ ਰਾਹ ਜ਼ਰੂਰ ਦੇ, ਜਾਂ ਸਾਡੀ ਜਾਨ ਹੀ ਨਿਕਲ ਜੇ, ਨਸ਼ਾ ਨੁਸ਼ਾ ਖਾ ਕੇ ਹੀ ਨਿਕਲ ਜੇ ਤੇ ਜਾਂ ਸਾਨੂੰ ਆਪਦੇ ਬਣਾ ਲਾ। ਪਰ ਅੱਜ ਜਿਹੜੀ ਜ਼ਿੰਦਗੀ ਹੈ ਨਾ ਬਈ ਯਾਰ, ਸਰਕਾਰਾਂ ਨੂੰ ਚੈਲੰਜ ਕਰਨਾ, ਸਰਕਾਰ ਸਾਨੂੰ ਵੀ ਡਰ ਲੱਗਦਾ ਯਾਰ, ਸਾਡੇ ਵੀ ਧੀਆਂ ਪੁੱਤ ਹੈਗੇ ਸਾਰਾ ਕੁਝ ਹੈ ਨਾ, ਪਰ ਜਿਹੜਾ ਇੱਥੇ ਆ ਕੇ ਚੈਲੰਜ ਕਰਨ ਦਾ ਕਿਉਂ ਮਨ ਆ? ਕਿਉਂਕਿ ਸਾਡੀ ਨੌਜਵਾਨੀ ਨੂੰ ਜਿਵੇਂ ਮਾਰਿਆ ਜਾਂਦਾ, ਜਿਵੇਂ ਉਹਨਾਂ ਨੂੰ ਤੜਫਾਇਆ ਜਾਂਦਾ ਗਾ, ਇਹ ਸਰਕਾਰਾਂ ਦੇ ਕਾਰਨਾਮੇ ਆ। ਨੌਜਵਾਨੀ, ਮੈਂ ਅਕਸਰ ਹੀ ਪਿੰਡ ਵਿੱਚ ਵੀ ਹੋਰ ਨੌਜਵਾਨਾਂ, ਸਾਡੇ ਪੁੱਤਾਂ ਦੇ ਮੂੰਹਾਂ ਦੇ ਵਿੱਚ ਨਸ਼ਾ ਪਾਇਆ ਗਿਆ। ਜੇ ਕੋਈ ਕਵੇ ਨਾ ਵੀ ਉਹਦਾ ਪੁੱਤ ਕਰਦਾ ਗਾ ਵੀ ਯਾਰ ਆਪਾਂ ਨੂੰ ਕਿਹਾ, ਸਾਡੇ ਪਿੰਡ 2 ਨੌਜਵਾਨ ਮੁੰਡੇ ਜਿਨ੍ਹਾਂ ਦੇ ਵਿੱਚ ਕੋਈ ਵੀ ਰੋਗ ਹੈ ਨਹੀਂ ਸੀ, ਕੱਲਾ ਨਸ਼ੇ ਦਾ ਸੀਗਾ ਜੀ। ਇੱਕ ਮੁੰਡਾ ਘਰੇ ਪ੍ਰਕਾਸ਼ ਕਰਦੇ ਆ ਸਵੇਰੇ, ਠੀਕ ਹੈ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਘਰੇ, ਸੁੱਖ ਸ਼ਾਂਤੀ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਆਉਂਦੇ ਆ, ਬਾਅਦ 'ਚੋਂ ਬਾਥਰੂਮ ਦੇ ਵਿੱਚ ਟੀਕਾ ਲਾ ਲੈਂਦਾ ਤੇ ਮੌਤ ਹੋ ਜਾਂਦੀ ਆ। ਉਹਦਾ ਭੋਗ ਪੈਂਦਾ, ਉਦੋਂ ਇੱਕ ਦਿਨ ਪਹਿਲਾਂ ਦੂਜੇ ਦੀ ਹੋ ਜਾਂਦੀ ਹੈ ਜੀ। ਸਾਡੇ ਪਿੰਡ ਹੀ ਘੱਟੋ ਘੱਟ 15 ਤੋਂ 20 ਨੌਜਵਾਨ ਇਹ ਜਿਹੜੇ ਚਿੱਟੇ ਦੀ ਭੇਂਟ ਚੜ੍ਹ ਗਿਆ ਤੇ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ, ਕੋਈ ਸਰਕਾਰ। ਅੱਜ ਤਾਈਂ ਮੈਨੂੰ ਦੱਸੋ ਵੀ ਜਿਹੜਾ ਨਸ਼ਾ ਛਡਾਊ ਕੇਂਦਰ 'ਚੋਂ ਠੀਕ ਹੋ ਕੇ ਆਇਆ ਹੋਵੇ। ਨਸ਼ਾ ਛਡਾਊ ਕੇਂਦਰ 'ਚ ਇੰਨੀ ਜੁੱਤੀ ਫੇਰਦੇ ਉਹ ਘਰਦਿਆਂ ਦੇ ਵੀ ਦੁਸ਼ਮਣ ਫੜਾ ਦਿੰਦੇ ਆ। ਨਸ਼ਾ ਛਡਾਊ ਕੇਂਦਰ ਤਾਂ ਨਸ਼ਾ ਛਡਾਉਣ ਦਾ ਕੋਈ ਹੱਲ ਹੀ ਨਹੀਂਗਾ ਜੀ। ਕਦੇ ਕਦੇ ਮਾਪੇ ਨੇ ਤੁਹਾਨੂੰ ਇਹ ਵੀ ਕਿਹਾ ਵੀ ਇਹਦੇ ਨਾਲੋਂ ਤਾਂ ਜੰਮਦਾ ਹੀ ਨਾ ਯਾਰ ਤੂੰ? ਬਹੁਤ ਵਾਰੀ ਵੀਰ, ਬਹੁਤ ਵਾਰੀ ਯਾਰ, ਇਹ ਤਾਂ ਅਕਸਰ ਹੀ, ਕਿਉਂਕਿ ਹਰ ਰੋਜ਼ दारू ਪੀ ਕੇ ਘਰੇ ਵੀ ਲੜਾਈ ਹੋਣੀ, ਮੰਨ ਕੇ ਚਲੋ ਪਰਿਵਾਰ 'ਚ, ਫਿਰ ਨਾਲੀਆਂ 'ਚ ਵੀ ਲਿਟਣਾ, ਫਿਰ ਜੇ ਕਿਸੇ ਨੂੰ ਬਾਹਰ ਅੰਦਰ ਕਿਸੇ ਨਾਲ ਝਗੜਾ ਹੋਇਆ ਜਾਂ ਮੰਨ ਕੇ ਚਲੋ ਉਹ ਵੀ ਘਰਦਿਆਂ ਨੂੰ ਸਿਆਪਾ ਰਹਿਣਾ। ਬਹੁਤ ਹੀ ਅਕਸਰ ਹੀ ਮੇਰਾ ਜਾਣੀ ਕਿ ਵੀ ਯਾਰ ਇਹ ਤਾਂ ਬਈ ਯਾਰ ਆਮ ਜੀਆਂ ਨਸ਼ੇ ਵਾਲੇ ਬੰਦੇ ਵਾਸਤੇ ਚੋਰੀ ਕਰਨੀ, ਕਿਸੇ ਨੂੰ ਬੇਵਕੂਫ ਬਣਾਉਣਾ, ਆਪਦੇ ਭੈਣ ਭਰਾ ਨੂੰ ਵੀ ਪੈਸੇ ਲੈਣ ਦੀ ਖਾਤਰ, ਇਹ ਸਾਰੀਆਂ ਗੱਲਾਂ ਨੋਰਮਲ ਹੁੰਦੀਆਂ। ਜਿਹੜੀ ਗੱਲ ਤੁਸੀਂ ਸਟਾਰਟਿੰਗ 'ਚ ਕੀਤੀ ਵੀ ਆਪਦੀ ਭੈਣ ਨੂੰ ਵੇਚਣ ਤੱਕ, ਮੈਂ ਜੇਲ੍ਹ 'ਚ ਵੇਖਿਆ। ਜੇਲ੍ਹ 'ਚ ਬੈਠੇ ਮੇਰੀ ਵਾਈਫ ਮੈਨੂੰ ਮਿਲਣ ਆਈ ਵੀ ਤੇ ਅਸੀਂ ਬੈਠੇ, ਉਹ ਬੰਦਾ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਚਿੱਟਾ ਪੀਣਾ, ਜਿਵੇਂ ਮਰਜ਼ੀ ਕਰਕੇ ਪੈਸੇ ਦੇ ਤੇ ਮੈਨੂੰ ਭਾਵੇਂ ਤੂੰ। ਅਗਲੀ ਵਾਰੀ ਉਹ ਬੰਦਾ ਨਾਲ ਲੈ ਕੇ ਆਈ ਤੇ ਪੈਸੇ ਦੇ ਕੇ ਗਈ ਵੀ ਮੈਂ ਇਹਨੂੰ ਵੇਚਿਆ ਆਪਦਾ ਆਪ, ਤੇ ਉਹਨੇ ਪੈਸੇ ਫੜ ਲਏ। ਇੱਥੋਂ ਤਾਈਆਂ ਤੇ ਤੁਸੀਂ ਸੋਚੋ ਵੀ ਜਿਹੜੇ ਜੇਲ੍ਹਾਂ 'ਚ ਚਿੱਟਾ ਨਹੀਂ ਬੰਦ ਕਰ ਸਕਦੇ ਤੇ ਪੰਜਾਬ 'ਚ ਕਿੱਥੋਂ ਕਰ ਦੇਣਗੇ? ਧੜਾ ਧੜ ਚਿੱਟਾ ਮਿਲਦਾ ਗਾ, ਫੋਨ ਮਿਲਦੇ ਆ 50-50 60,000 ਦੇ ਐਂਡਰੋਇਡ ਫੋਨ ਆ, ਛੋਟੇ ਆ ਜਿਹੜੇ 5-5 6-6 ਹਜ਼ਾਰ ਦੇ ਆ। ਸਰਕਾਰ ਸਾਨੂੰ ਦਿਖਾਉਂਦੀ ਕੁਛ ਹੋਰ ਆ, ਜ਼ਮੀਨੀ ਹਕੀਕਤ ਕੁਛ ਹੋਰ ਹੁੰਦੀ ਹੈ ਜੀ। ਇਸ ਗੱਲ ਵਾਸਤੇ ਨੌਜਵਾਨੀ ਪੀੜ੍ਹੀ ਜਾਂ ਸਾਡੀ ਲੀਡਰਸ਼ਿਪ ਆ ਨਾ, ਬਹੁਤ ਤਕੜੇ ਤੇ ਸੁਚੱਜੇ ਢੰਗ ਨਾਲ ਲੜਨ ਦੀ ਲੋੜ ਆ ਜੀ। ਬਿਲਕੁਲ। ਸੋ ਨੌਜਵਾਨਾਂ ਲਈ ਇੱਕ ਸੇਧ ਵੀ ਹੈ ਬਾਈ ਗੁਰਪ੍ਰੀਤ ਸਿੰਘ ਜੀ। ਤੇ ਇਸ ਵੇਲੇ ਅਸੀਂ ਬਾਈਬਲ ਕਲਾਂ ਵਿਖੇ ਆਏ ਹੋਏ ਸੀਗੇ। ਸਮਾਂ ਉਨਾ ਨਹੀਂ ਹੈ ਕਿਉਂਕਿ ਹੋਰ ਵੀ ਲੋਕਾਂ ਨੇ ਇੰਟਰਵਿਊ ਕਰਨੀ, ਪਰ ਮੇਰਾ ਇਹ ਸੀਗਾ ਵੀ ਨੌਜਵਾਨ ਜ਼ਰੂਰ ਸਮਝਣ ਵੀ ਗੁਰੂ ਸਾਹਿਬ ਦੀ ਸੇਧ, ਜਦੋਂ ਆਪਾਂ ਗੁਰੂ ਸਾਹਿਬ ਦੇ ਆਪਣੇ ਆਪ ਨੂੰ ਉਹਨਾਂ ਦੇ ਅੰਡਰ ਹੀ ਕਰ ਲਿਆ ਵੀ ਆਪਾਂ ਵਾਹਿਗੁਰੂ ਤੇਰੇ ਆ, ਜਿਵੇਂ ਮਰਜ਼ੀ ਆ ਸਾਨੂੰ ਰੱਖ, ਤਾਂ ਉਹ ਪਰਮਾਤਮਾ ਜ਼ਰੂਰ ਰੱਖਦਾ, ਉਸ ਦੇ ਉੱਤੇ ਭਰੋਸਾ ਹੋਣਾ ਚਾਹੀਦਾ। ਸੋ ਭਰੋਸਾ ਜਦੋਂ ਗੁਰੂ ਸਾਹਿਬ ਅੱਗੇ ਜਾਂ ਬਾਈ ਜੀ ਨੇ ਗੁਰੂ ਸਾਹਿਬ ਤੇ ਕੀਤਾ ਤਾਂ ਗੁਰੂ ਸਾਹਿਬ ਨੇ ਬਾਂਹ ਵੀ ਫੜੀ ਹੈ। ਤੇ ਅੱਜ ਇਹ ਉਹੀ ਗੁਰਪ੍ਰੀਤ ਸਿੰਘ ਹੈ ਜਿਹੜਾ ਦੱਸ ਰਿਹਾ ਵੀ 2015 ਤੋਂ ਪਹਿਲਾਂ ਮਾਂ-ਬਾਪ ਇੱਥੋਂ ਤੱਕ ਕਹਿੰਦੇ ਸੀ ਕਾਸ਼ ਸਾਡਾ ਪੁੱਤ ਹੁੰਦਾ ਹੀ ਨਾ। ਪਤਾ ਨਹੀਂ ਕਿੰਨਾ ਕੁ ਦੁਖੀ ਕੀਤਾ ਹੋਣਾ, ਪਰ ਉਸ ਤੋਂ ਬਾਅਦ ਗੁਰੂ ਨੇ ਬਾਂਹ ਫੜੀ ਤੇ ਅੱਜ ਪਰਿਵਾਰ ਵੀ ਮਾਣ ਕਰ ਰਿਹਾ ਤੇ ਸਿੱਖ ਕੌਮ ਵੀ ਮਾਣ ਕਰਦੀ ਹੈ ਬਾਈ ਜਦੋਂ ਬੋਲਦੇ ਆ। ਔਰ ਸਿੱਖੀ ਦੇ ਮਸਲਿਆਂ ਦੇ ਉੱਤੇ ਅਸੀਂ ਜ਼ਰੂਰ ਨੌਜਵਾਨਾਂ ਨੂੰ ਕਹਾਂਗੇ ਪਹਿਲਾਂ ਤਾਂ ਲਓ ਹੀ ਨਾ, ਤੇ ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਤਾਂ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਇਹਨੂੰ ਛੱਡੋ। ਤੇ ਜਦੋਂ ਪਰਮਾਤਮਾ ਤੇ ਭਰੋਸਾ ਕਰੋਗੇ, ਗੁਰਬਾਣੀ ਦੇ ਲੜ ਲੱਗੋਗੇ, ਤਾਂ ਵਾਹਿਗੁਰੂ ਜ਼ਰੂਰ ਤੁਹਾਡੀ ਬਾਂਹ ਫੜੇਗਾ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।